ਉਹਨਾਂ ਨੂੰ ਹੋਵੇ ਕਿ ਜਿਹੜਾ ਲਾਇਸੈਂਸ ਵਾਲੇ ਬੰਦੇ ਨੂੰ ਹੀ ਵੇਚਣੀ ਜੇ, ਠੀਕ ਹੈ ਨਾ, ਜਿਹਦਾ ਲਾਇਸੈਂਸ ਹੋਵੇਗਾ ਉਹ ਹੀ ਲੈ ਸਕਦਾ ਹੈ। ਇਹਦੇ ਵਿੱਚ ਬੰਦਿਆਂ ਨੂੰ ਫਾਈਨ ਤੇ ਕੀਤਾ ਜਾ ਸਕਦਾ, ਜੁਰਮਾਨਾ ਕੀਤਾ ਜਾ ਸਕਦਾ, ਅਰੈਸਟ ਕਿਉਂ ਕਰ ਰਹੇ ਉਹਦੀ ਵਜ੍ਹਾ ਦੱਸਦਾ ਵਾਂ। ਵੇਖੋ ਮੇਰੇ ਖਿਆਲ 'ਚ ਤਾਂ ਪਹਿਲੇ ਨਹੀਂ ਅਰੈਸਟ ਕਰਨਾ ਚਾਹੀਦਾ। देयर शुड बी 3 वार्निंग्स। मोटरसाइकिल एक ऐसी चीज़ है जितनी कम उम्र होती है, वो कहते हैं स्पीड थ्रिल्स बट किल्स, कि ਅਸੀਂ ਜਿਤਨਾ ਉਹਨੂੰ ਫਾਸਟ ਉਡਾਉਂਦੇ ਉਹਨਾਂ ਬੰਦਾ ਸਮਝਦਾ ਕਿ ਬਸ ਮੈਂ ਹੀ ਮੈਂ ਹਾਂ। ਅਸਲਾਮੁ ਅਲੈਕਮ ਜੀ, ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ ਤੇ ਸ਼ੁਰੂ ਕਰਨੇ ਅੱਲਾ ਦਾ ਨਾਮ ਲੈ ਕੇ। ਅੱਜ ਦਾ ਸਾਡਾ ਟਾਪਿਕ ਹੈ ਜਿਹੜਾ ਉਹ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕ੍ਰੈਕ ਡਾਊਨ ਹੋ ਰਿਹਾ ਹੈਲਮਟ ਔਰ ਇਸ ਤੇ ਚੀਜ਼ਾਂ ਦੇ ਵਿੱਚ, ਤੇ ਇਹਦੇ ਤੇ ਅਸੀਂ ਗੱਲ ਕਰਾਂਗੇ ਭਾਈ ਨਸੀਮ ਨਾਲ। ਜੀ ਅਸਲਾਮੁ ਅਲੈਕੁਮ ਜੀ ਨਸੀਮ ਭਾਈ। ਵਾਲੇकुम अस्सलाम रहमतुल्लाहि व बरकातहू। ਸਰ ਕੀ ਤੁਹਾਡਾ ਪੁਆਇੰਟ ਆਫ ਵਿਊ ਹੈ ਜਿਹੜਾ ਕ੍ਰੈਕ ਡਾਊਨ ਹੋ ਰਿਹਾ ਹੈ, ਅੱਛਾ ਹੋ ਰਿਹਾ ਬੁਰਾ ਹੋ ਰਿਹਾ ਹੈ, ਇਹਦੇ ਬਾਰੇ ਕੁਝ ਤੁਹਾਨੂੰ ਦੱਸੋ। जी मेरे ख्याल से तो बहुत अच्छा हो रहा है, लेकिन ਇਹਦੇ 'ਚ ਕੋਈ ਬੇਹਤਰੀਆਂ ਵੀ ਕਰ ਸਕਦੇ ਨੇ ਕਿ ਗਵਰਨਮੈਂਟ ਦਾ ਕੰਮ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਪੈਸੇ ਕਮਾਏ ਲੋਕਾਂ ਕੋਲੋਂ। ਗਵਰਨਮੈਂਟ ਦਾ ਕੰਮ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਨਾ ਲਗਾਈ ਵੀ ਦੇ ਔਰ ਉਹਨਾਂ ਨੂੰ ਉਹ ਚੀਜ਼ ਪ੍ਰੋਵਾਈਡ ਵੀ ਕਰੇ। ਦੇਖੋ ਤੁਸੀਂ ਕਰਨਾ ਤਾਂ ਉਹ ਚਾਹੁੰਦੇ ਹੋ ਜਿਹੜਾ ਕਿਸੇ ਬਹੁਤ ਵੱਡੇ ਮੁਲਕਾਂ 'ਚ ਹੋ ਰਿਹਾ, ਜਿਸ ਤਰ੍ਹਾਂ ਅਮਰੀਕਾ ਹੋ ਗਿਆ, ਯੂਰਪੀਅਨ ਕੰਟਰੀਜ਼ ਹੋ ਗਏ, ਲੇਕਿਨ ਤੁਸੀਂ ਉਹਨਾਂ ਨੂੰ ਸਹੂਲਤਾਂ ਵੀ ਦਿਓ ਨਾ। ਤੁਸੀਂ ਹੁਣ ਇੱਕ ਬੰਦਾ ਉਹਦੇ ਕੋਲ ਗੱਡੀ ਉਹਨੇ ਲੈ ਲਈਏ ਤਾਂ ਪਹਿਲੋਂ ਜਿਹੜਾ ਜਿਹਦੇ ਕੋਲ ਲੈ ਰਿਹਾ ਮੋਟਰਸਾਈਕਲ ਗੱਡੀ ਜਿੱਥੋਂ ਵੀ ਲੈ ਰਿਹਾ, ਉਹਨਾਂ ਨੂੰ ਹੋਵੇ ਕਿ ਜਿਹੜਾ ਲਾਇਸੈਂਸ ਵਾਲੇ ਬੰਦੇ ਨੂੰ ਹੀ ਵੇਚਣੀ ਜੇ, ਠੀਕ ਹੈ ਨਾ, ਜਿਹਦਾ ਲਾਇਸੈਂਸ ਹੋਵੇਗਾ ਉਹ ਹੀ ਲੈ ਸਕਦਾ ਹੈ। ਫਿਰ ਮਿਸਾਲ ਦੇ ਤੌਰ 'ਤੇ ਮੋਟਰਸਾਈਕਲ ਵਾਲੇ ਨੇ, ਉਹਨਾਂ ਨੂੰ ਵੀ ਆਗਾਹੀ ਦਿਓ, ਹਰ ਬੰਦੇ ਬੱਚੇ ਵੱਡੇ ਨਿੱਕੇ ਨੂੰ ਸਾਰਿਆਂ ਨੂੰ ਇੱਕ ਤਾਂ ਏਜ ਹੋਣੀ ਚਾਹੀਦੀ ਹੈ। ਗਵਰਨਮੈਂਟ ਆਫ ਪੰਜਾਬ ਸੋਚਦੀ ਕਿ 16 ਸਾਲ ਤੋਂ ਉੱਤੇ ਬੱਚੇ ਨੂੰ ਦੇ ਜਾਏ, ਲੇਕਿਨ ਮੇਰੇ ਖਿਆਲ 'ਚ ਇਹਨੂੰ 18 ਸਾਲ ਹੀ ਰੱਖਿਆ ਜਾਏ, ਕਿਉਂਕਿ ਮੋਟਰਸਾਈਕਲ ਇੱਕ ਐਸੀ ਚੀਜ਼ ਹੈ ਜਿਤਨੀ ਕਮ ਉਮਰ ਹੁੰਦੀ ਹੈ, ਉਹ ਕਹਿੰਦੇ ਨੇ ਸਪੀਡ ਥ੍ਰਿਲਸ ਬਟ ਕਿल्स, ਕਿ ਅਸੀਂ ਜਿਤਨਾ ਉਹਨੂੰ ਫਾਸਟ ਉਡਾਉਂਦੇ ਉਹਨਾਂ ਬੰਦਾ ਸਮਝਦਾ ਕਿ ਬਸ ਮੈਂ ਹੀ ਮੈਂ ਹਾਂ। ਉਸ ਤੋਂ ਬਾਅਦ ਫਿਰ ਮੈਂ ਹੀ ਰਹਿ ਜਾਂਦੀ ਜੇ, ਬੰਦਾ ਨਹੀਂ ਰਹਿੰਦਾ। ਔਰ ਮੈਂ ਬਹੁਤ ਦੁਖੀ ਹੋ ਕੇ ਤੁਹਾਨੂੰ ਕਿਤਨੀ ਮਿਸਾਲਾਂ ਦੱਸ ਸਕਦਾ ਕਿ ਮਾਸੂਮ ਜਵਾਨ ਪੂਰੀ ਪੂਰੀ ਫੈਮਲੀਆਂ ਮੋਟਰਸਾਈਕਲ 'ਤੇ ਵਿਚਾਰੇ ਮਰ ਜਾਂਦੇ, ਸ਼ਹੀਦ ਹੋ ਜਾਂਦੇ ਨੇ ਐਕਸੀਡੈਂਟ ਦੇ ਵਿੱਚ ਆ ਕੇ। ਸਿਰਫ ਇਸ ਦੀ ਵਜ੍ਹਾ ਹੈ ਕਿ ਉਹਦੀ ਇੰਗਲਿਸ਼ 'ਚ ਉਹਨੂੰ ਰੈਕਲੈਸ ਕਹਾਂਗੇ ਅਤੇ ਪੰਜਾਬੀ 'ਚ ਮੈਂ ਅੱਜ ਅਤੇ ਉਰਦੂ 'ਚ ਲਾਪਰਵਾਹੀ ਹੈ। ਜਲਦੀ ਕਿੱਥੇ ਜਾਣਾ ਜੇ ਯਾਰ। ਤੁਸੀਂ ਮਤਲਬ ਜ਼ਿੰਦਗੀ ਤੋਂ ਬਿਹਤਰ ਕੋਈ ਚੀਜ਼ ਨਹੀਂ ਹੈ ਔਰ ਮਿਲਣੀ ਇੱਕ ਦਫਾ ਹੀ ਜੇ, ਫਿਰ ਵਾਪਸ ਇਹ ਜ਼ਿੰਦਗੀ ਨਹੀਂ ਲੱਭਣੀ ਜੇ। ਇਸ ਤੋਂ ਇਹਨੂੰ ਸਰ ਮੇਰਾ ਇਹਦੇ ਜੀ ਵਿੱਚ ਇੱਥੇ ਇੱਕ ਸਵਾਲ ਹੈ ਜੀ ਸਰ। ਕਿ ਇਹ ਜੋ ਹੋ ਰਿਹਾ ਜੀ ਸਰ। ਇਹਦੇ ਵਿੱਚ ਬੰਦਿਆਂ ਨੂੰ ਫਾਈਨ ਤੇ ਕੀਤਾ ਜਾ ਸਕਦਾ, ਜੁਰਮਾਨਾ ਕੀਤਾ ਜਾ ਸਕਦਾ, ਅਰੈਸਟ ਕਿਉਂ ਕਰ ਰਹੇ ਹੋ। ਉਹਦੀ ਵਜ੍ਹਾ ਦੱਸਦਾ ਵਾਂ। ਵੇਖੋ ਮੇਰੇ ਖਿਆਲ 'ਚ ਤਾਂ ਪਹਿਲੇ ਨਹੀਂ ਅਰੈਸਟ ਕਰਨਾ ਚਾਹੀਦਾ। देयर शुड बी 3 ਵਾਰਨਿੰਗਸ। ਪਹਿਲੀ ਦਫਾ ਤੁਸੀਂ ਬੇਸ਼ੱਕ ਉਹਨੂੰ ਹੁਣ 2000 ਜੁਰਮਾਨਾ ਹੈ, ਠੀਕ ਹੈ, ਲੇਕਿਨ ਉਹਨੂੰ ਤੁਸੀਂ 500,000 ਤੇ ਰੱਖੋ, ਫਿਰ ਜੁਰਮਾਨਾ ਡਬਲ ਕਰ ਦਿਓ, ਫਿਰ 12 ਉਹਨੂੰ ਟ੍ਰਿਪਲ ਕਰ ਦਿਓ, ਮਿਸਾਲ ਤੌਰ ਤੇ 2 ਤੋਂ 10,000 ਤੇ ਲੈ ਜਾਓ, ਫਿਰ ਤੀਸਰੀ ਦਫਾ ਉਹਦੇ ਤੇ FIR ਹੋਵੇ। FIR ਕਿਉਂ ਹੋ ਰਹੀ ਹੈ ਤੁਹਾਨੂੰ ਪਤਾ ਇਸ ਗੱਲ ਦਾ? ਨਹੀਂ। ਤੁਸੀਂ ਗਵਰਨਮੈਂਟ ਆਫ ਪਾਕਿਸਤਾਨ ਹੋ, ਠੀਕ। ਜਾਂ ਤੁਹਾਡਾ ਘਰ ਹੈ ਜਾਂ ਤੁਹਾਡਾ ਸਟੂਡੀਓ ਹੈ, ਤੁਹਾਡੇ ਕੋਲ ਰੂਲ ਰੈਗੂਲੇਸ਼ਨ ਨੇ। ਮੈਂ ਜੇ ਤੁਹਾਡੀ ਗੱਲ ਨਹੀਂ ਮੰਨਾਂਗਾ ਤੇ ਤੁਸੀਂ ਮੈਨੂੰ ਫਿਰ ਸਜ਼ਾ ਦਿਓਗੇ। ਤੇ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਹੈ, ਬਲਕਿ ਗਵਰਨਮੈਂਟ ਆਫ ਪਾਕਿਸਤਾਨ ਦਾ ਹੋਣਾ ਚਾਹੀਦਾ ਹੈ, ਕਿਉਂਕਿ ਇਸਲਾਮਾਬਾਦ ਪੰਜਾਬ 'ਚ ਹੋ ਰਿਹਾ, ਬਾਕੀ ਵੀ 5 ਸੂਬੇ ਟੋਟਲ ਨੇ ਜੀ। ਰੂਲਸ ਐਂਡ ਰੈਗੂਲੇਸ਼ਨ ਵਾਲੀ ਤਾਂ ਗੱਲ ਹੀ ਕੋਈ ਨਹੀਂ। ਪਹਿਲੀ ਚੀਜ਼ ਤੇ ਕਿ ਜੋ ਵੇਖਿਆ ਜਾ ਰਿਹਾ ਇਸ ਟਾਈਮ ਪਾਕਿਸਤਾਨ ਦੇ ਕਾਨੂੰਨ ਹੈ ਹੀ ਨਹੀਂ, ਜਿਹੜਾ ਬੇਸਿਕ ਜੋ ਨਜ਼ਰ ਆ ਰਿਹਾ। ਦੂਜੀ ਗੱਲ ਇਹ ਕਿ ਜਿਹੜਾ ਹੁਣ ਹਾਦਸਾ ਹੋਇਆ ਇਸਲਾਮਾਬਾਦ ਦੇ ਵਿੱਚ, ਜੀ ਸਰ, ਮੈਂ ਉਧਰ ਆਂਦਾ ਨਾ, ਮੇਰੀ ਗੱਲ ਸੁਣ। ਨਹੀਂ, ਅਗਰ ਰੂਲਸ ਐਂਡ ਰੈਗੂਲੇਸ਼ਨ ਹੋਣ ਤਾਂ ਫਿਰ ਤਾਂ ਸਾਰੇ ਵਾਸਤੇ ਇਕੁਅਲ ਹੋਣੇ ਚਾਹੀਦੇ ਨੇ। ਬੇਸਿਕਲੀ ਜੀ ਤੁਸੀਂ ਮੇਰੀ ਓਪੀਨੀਅਨ ਲਿਓ, ਔਰ ਮੈਂ ਹੁਣ ਤੋਂ ਨਹੀਂ ਹੈ, ਪਿਛਲੇ 1.5-2 ਸਾਲ ਤੋਂ ਨੋਟ ਕਰ ਰਿਹਾ, ਬਲਕਿ ਕਹਿ ਰਿਹਾ ਸਾਂ ਇਲੈਕਸ਼ਨ ਡੇ ਵਾਲੇ ਦਿਨ ਹੀ ਮੈਂ ਕਿਹਾ ਸੀ ਕਿ ਪਾਕਿਸਤਾਨ ਸਿਰਫ ਮਾਰਸ਼ਲ ਲਾ ਨਹੀਂ ਹੈ, ਪਾਕਿਸਤਾਨ 'ਚ ਮਾਰਸ਼ਲ ਲਾ ਪਲੱਸ ਐਂਡ ਪਲੱਸ ਨੇ, 3 ਪਲੱਸ ਨੇ ਮਾਰਸ਼ਲ ਲਾ ਦੇ ਨਾਲ, ਠੀਕ ਹੈ ਨਾ। ਉਹ ਤੁਸੀਂ ਐਕਸਟਰਾ ਹੀ ਕਾਨੂੰਨ ਹੋਇਆ ਪਿਆ ਮਾਰਸ਼ਲ ਲਾ ਦਾ। ਮਤਲਬ ਮੇਰੇ ਖਿਆਲ 'ਚ ਇਹ ਹੈ ਕਿ ਲਾ ਖਤਮ ਕਰਤਾ ਜਾਂਦਾ ਹੈ, ਸਿਰਫ ਗਰੀਬਾਂ ਦਾ ਹੀ ਦਬਦਾ ਹੈ, ਠੀਕ ਹੈ ਨਾ, ਤੇ ਉਹ ਕੌਮਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ। ਡਿਕਲੇਅਰ ਨਹੀਂ ਨਾ, ਅਸੀਂ ਇਹਨੂੰ ਮਾਰਸ਼ਲ ਲਾ ਤੇ ਨਹੀਂ ਕਹਿ ਸਕਦੇ। ਸਰ ਜੀ ਫਿਰ ਤੁਸੀਂ ਡਿਕਲੇਅਰ ਫਿਰ ਹੋ ਹੀ ਜਾਣਾ, ਤੁਸੀਂ ਥੋੜਾ ਇੰਤਜ਼ਾਰ ਕਰੋ, ਮਾਰਚ ਅਪ੍ਰੈਲ ਤੱਕ ਹੋ ਹੀ ਜਾਣਾ ਹੈ। ਲੁੱਟਿਆ ਜਾ ਰਿਹਾ ਨਾ ਕਿ ਤੁਸੀਂ ਮਾਰਸ਼ਲ ਲਾ ਵਾਲੇ ਵੀ ਖਾ ਰਹੇ ਨੇ, ਹਕੂਮਤ ਵੀ ਖਾ ਰਹੀ ਹੈ, ਜਿਹਦਾ ਜਿੱਥੇ ਹੱਥ ਪੈ ਰਿਹਾ ਉਹ ਖਾ ਰਿਹਾ। ਜੀ ਸਰ। ਕਿ ਜਿਤਨਾ ਪੈਸਾ ਕਲੈਕਟ ਹੋ ਰਿਹਾ ਜਾ ਕਿੱਧਰ ਰਿਹਾ, ਕਿਉਂਕਿ ਗੁਰਬਤ ਤਾਂ ਖਤਮ ਨਹੀਂ ਹੋ ਰਹੀ। ਸਰ ਬੇਸਿਕਲੀ ਗੁਰਬਤ ਨਹੀਂ ਖਤਮ ਹੋ ਰਹੀ। ਜਿਹੜਾ ਸੁਥਰੇ ਪੰਜਾਬ ਵਾਲਾ ਇਹਨਾਂ ਨੇ ਸ਼ੁਰੂ ਕੀਤਾ ਹੀ ਹੈ, ਜਿਹੜਾ ਸਿਸਟਮ ਸ਼ੁਰੂ ਹੋਇਆ, ਉਹ ਹਰ ਮੀਟਰ ਤੇ ਬਿੱਲ ਲੱਗ ਕੇ ਆ ਰਿਹਾ, ਬਿਲਕੁਲ ਆ ਰਹੇ, ਸਫਾਈ ਪ੍ਰੋਪਰ ਨਹੀਂ ਹੋ ਰਹੀ, ਨਹੀਂ ਫਿਰ ਲਾ ਤੇ ਕੋਈ ਨਹੀਂ ਨਾ। ਸਰ ਬੇਸਿਕਲੀ ਤੁਹਾਡੀ ਇੱਕ ਤਾਂ ਲਾ ਹੋਏਗਾ ਜਿਹੜਾ ਅਸੀਂ ਹਰ ਬੰਦੇ ਵਾਸਤੇ ਹੋਏਗਾ।
ਤੁਸੀਂ ਸ਼ੁਰੂ ਕਿਹੜੀ ਗੱਲ ਤੋਂ ਕੀਤਾ ਸੀ ਮੈਂ ਲਾਅ ਦੀ ਗੱਲ ਹਾਂ ਕਰ ਰਿਹਾ ਲਾਤ ਦੱਸਦਾ ਨਾ ਕਿ ਤੁਸੀਂ ਆਪਣੀ ਗੱਲ ਪਲੱਸ 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 ਹੋ ਚੁੱਕਿਆ ਹੈ ਔਰ ਫਿਰ ਹੁਣ ਉੱਥੇ ਦੇ ਉਸ ਬਾਅਦ ਹੁਣ ਸਰ ਕੀ ਕਿਹਾ ਤੁਸੀਂ ਜਾ ਮੈਂ ਸਕਦਾ ਜਿਹੜੀ ਹੈ ਗੱਲ ਕਰ ਰਿਹਾ ਵਕੀਲ ਦੀ ਮਨੂ ਦਾ ਜੋ ਜੱਜ ਜਿਹੜਾ ਜਿਹਦੇ ਬੇਟੇ ਨੇ ਹਾਦਸਾ ਹਾਂ ਕੀਤਾ ਮੈਂ ਉਹਦੇ ਤੇ ਤੁਹਾਨੂੰ ਲਿਆਉਣਾ ਹਾਂ ਚਾਹ ਮੈਂ ਰਿਹਾ ਆ ਕਿ ਗਿਆ ਲਾਅ ਦੱਸੋ। ਮੈਂ ਸਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਹ 16 ਸਾਲ ਦਾ ਬੱਚਾ ਉਹ- ਉਹਨੂੰ ਸਜ਼ਾ ਹੋਏਗੀ ਜਾਂ ਉਹਦੇ ਕੋਲ ਉਹਦੇ ਇੱਕ ਬਾਪ ਨੂੰ ਹੋਏਗੀ ਜਾਂ ਕਿਹਨੂੰ ਹੋਏਗੀ ਜਾਂ ਸਰ ਉਹਨਾਂ ਦੀ ਜਗ੍ਹਾ ਤੇ ਕਿਸੇ ਗਰੀਬ ਨੂੰ ਉੜੇ ਕੇ ਲਾਇਆ ਜਾਏਗਾ। ਸਰ ਜੀ ਜੇ ਕੋਈ ਬੰਦਾ ਵੀ ਹੈ ਜਿਹਦਾ ਬੱਚਾ ਅੰਡਰ ਏਜ ਜਾਂ ਲਾਇਸੈਂਸ ਨਹੀਂ ਹੈ ਉਹ ਗੱਡੀ ਚਲਾਉਂਦਾ ਹੈ ਖਾਏ ਉਹ ਸਦਰ ਪਾਕਿਸਤਾਨ ਹੈ ਖਾਏ ਉਹ ਕੋਈ ਵੀ ਬੰਦਾ ਵੀ ਹੈ ਖਾਏ ਜੱਜ ਵਕੀਲ ਹੈ ਜਿਹੜਾ ਵੀ ਹੈ रूल सारे आस्ते बराबर होना चाहिए खैर कोई जर्नल है ठीक है ना जो भी है सब ਐਵਰੀਬਾਡੀ हर बंदा ਉਹਦੇ शामिल होना चाहिए है रूल एंड लॉ ਦਾ ਮਤਲਬ ਹੀ ਹੈ ਠੀਕ ਹੈ ਉਹ ਜੋ ਵੀ ਜੱਜ ਸਾਹਿਬ ਨੇ ਜੋ ਵੀ ਨੇ ਉਹਨਾਂ ਦੇ ਜੇ ਬੱਚੇ ਨੇ ਗਲਤੀ ਕੀਤੀ ਸਭ ਤੋਂ ਪਹਿਲਾਂ ਤੇ ਜੱਜ ਸਾਹਿਬ ਨੂੰ ਖੁਦ ਹੀ ਨਾ ਆਪਣੀ ਰਿਸਪੈਕਟ ਵਾਸਤੇ ਅਸੀਫਾ ਦੇਣਾ ਚਾਹੀਦਾ ਹੈ ਠੀਕ ਹੈ ਨਾ ਮੇ ਵੀ ਉਹ ਪ੍ਰਾਈਵੇਟ ਪ੍ਰੈਕਟਿਸ 'ਚ ਜ਼ਿਆਦਾ ਪੈਸੇ ਕਮਾ ਲੈਣਗੇ ਠੀਕ ਹੈ ਨਾ ਲੇਕਿਨ ਉਹਨਾਂ ਨੂੰ ਅਸੀਫਾ ਦੇਣਾ ਚਾਹੀਦਾ ਹੈ ਫਿਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਦੋ ਬੰਦੇ ਕਤਲ ਹੋਏ ਨੇ ਦੋ ਲੜਕੀਆਂ ਵਿਚਾਰੀਆਂ ਜੀ ਉਹ ਵੀ ਮੈਂ ਜਾਬ ਤੇ ਜਾ ਰਹੇ ਸਨ ਕਿਤੇ ਨੌਕਰੀ ਕਰਦੀਆਂ ਸਨ ਰਾਤ ਨੂੰ ਤੇ ਉਹ ਸਿਰਫ ਦੋ ਨਹੀਂ ਵਿਚਾਰੀਆਂ ਕਤਲ ਹੋਈਆਂ ਉਹ ਜਿਹੜੇ ਜਿਨ੍ਹਾਂ ਦੀ ਵਜ੍ਹਾ ਤੋਂ ਘਰ ਚੱਲ ਰਹੇ ਸੀ ਉਹ ਪਤਾ ਨਹੀਂ ਕਿਤਨੇ ਬੰਦੇ ਮਰ ਗਏ ਨੇ ਜੀ ਔਰ ਇੱਕ ਜਵਾਨ ਬੰਦਾ ਖੋਣਾ ਉਹ ਪੂਰਾ ਖਾਨਦਾਨ ਮਾਰ ਜਾਂਦਾ ਜਿਹੜਾ ਵਿਚਾਰਾ ਦੁਨੀਆ 'ਚ ਚਲਾ ਜਾਂਦਾ ਉਹ ਤਾਂ ਅੱਛੀ ਜਗ੍ਹਾ ਚਲਾ ਜਾਂਦਾ ਅੱਲਾ ਕੋਲ ਉਸ ਤੋਂ ਬਿਹਤਰ ਜਗ੍ਹਾ ਕੋਈ ਨਹੀਂ ਹੈ ਠੀਕ ਹੈ ਨਾ ਲੇਕਿਨ ਜੋ ਜ਼ੁਲਮ ਜ਼ਿਆਦਤੀ ਹੋ ਰਹੀ ਹੈ ਉਹ ਬਰਾਬਰ ਜੋ ਜੁਰਮ ਕਰੇ ਉਹਦੇ ਵਾਸਤੇ ਸੇਮ ਕਾਨੂੰਨ ਹੋਣਾ ਚਾਹੀਦਾ ਹੈ ਮੇਰੇ ਮਤਲਬ ਇਹ ਗਲਤ ਗੱਲ ਹੈ ਕਿ ਜੀ ਤੁਸੀਂ ਕਹੋ ਕਿ ਜੀ ਇੱਕ ਪਾਵਰਫੁਲ ਬੰਦੇ ਨੂੰ ਛੱਡ ਦਿਓ ਨਹੀਂ, ਲੇਕਿਨ ਤੁਹਾਡਾ ਕੀ ਓਪੀਨੀਅਨ ਹੈ ਕਿ ਮੇਰਾ ਜੋ ਅੱਗੇ ਹੁਣ ਤੱਕ ਨਜ਼ਰ ਆ ਰਿਹਾ ਜੋ ਵੇਖਿਆ ਉਹ ਇੱਕ ਉਹਨਾਂ ਨੇ ਹੁਣ ਇਸ ਚੀਜ਼ ਤੇ ਨਾ ਪਾ ਦੇਣਗੇ ਜੀ ਅਸੀਂ ਤੇ ਡਰਾਈਵਰ ਨਾਲ ਭੇਜਿਆ ਸੀ ਤੇ ਡਰਾਈਵਰ ਨੇ ਇਹਨੂੰ ਗੱਡੀ ਦੇ ਦਿੱਤੀ ਸਰ ਜੀ ਉਹ ਕਿਉਂਕਿ ਮਰਨ ਦੇਖੋ ਅਥਾਰਟੀ ਪਾਕਿਸਤਾਨ ਦੇ ਵਿੱਚ ਕੋਈ ਨਹੀਂ ਦੇਖੋ ਜੀ ਜਿਸ ਜਗ੍ਹਾ ਤੇ ਡਿਜ਼ਾਈਨ ਕਰੇ ਜਿਸ ਜਗ੍ਹਾ ਤੇ ਮੇਰੇ ਖਿਆਲ 'ਚ ਹੈ ਮੈਂ ਗਲਤ ਹਾਂ ਲੇਕਿਨ ਉਸ ਦਾ ਨਾਂ ਹੀ ਕੌਂਸਟੀਟਿਊਸ਼ਨ ਐਵੀਨਿਊ ਹੈ ਠੀਕ ਹੈ ਨਾ ਜਿਸ ਐਵੀਨਿਊ ਤੇ ਐਕਸੀਡੈਂਟ ਹੋਇਆ ਹੈ ਕੌਂਸਟੀਟਿਊਸ਼ਨ ਐਵੀਨਿਊ ਸਹੀ ਹੈ ਨਾ ਤੇ ਉਹਦੇ ਉੱਤੇ ਹੋ ਰਿਹਾ ਹੈ ਔਰ ਉਹ ਬੱਚਾ ਖੁਦ ਗੱਡੀ ਚਲਾ ਰਿਹਾ ਉਹਦੇ ਆਬਵੀਅਸਲੀ ਬਹੁਤ ਸਾਰੇ ਕੈਮਰੇ ਹੋਣੇ ਨੇ ਔਰ ਉਹ ਖੁਦ ਬਕਾਇਦਾ ਵੀਡੀਓ ਬਣਾ ਰਿਹਾ ਹੈ ਕਿਸੇ ਠੀਕ ਹੈ ਮੈਂ ਨਾਂ ਨਹੀਂ ਲੈਂਦਾ ਕਿ ਕਿਸੇ ਉਸ ਦੇ ਲਾਉਣ ਵਾਸਤੇ ਕਿਸੇ ਸੋਸ਼ਲ ਜੀ ਸੋਸ਼ਲ ਮੀਡੀਆ ਤੇ ਲਾਉਣ ਵਾਸਤੇ ਉਹ ਬਣਾ ਰਹੇ ਸੀ ਔਰ ਉਹ ਬਣਾਉਂਦਾ ਵੀ ਰਿਹਾ ਮਾਰ ਕੇ ਵੀ ਕਿਉਂਕਿ ਬੇਸਿਕਲੀ ਜਿਹੜਾ ਉਹ ਹਾਦਸੇ ਤੋਂ ਬਾਅਦ ਵੀ ਬਣਾਉਂਦਾ ਰਿਹਾ ਮੈਂ ਇਹ ਸੁਣਿਆ ਹੈ, ਮੈਂ ਵੇਖੀ ਨਹੀਂ ਵੀਡੀਓ ਲੇਕਿਨ ਕਹਿਣ ਦੁੱਖ ਦੀ ਗੱਲ ਹੈ ਕਿ ਯਾਰ ਇੱਕ ਜੋ ਵੀ ਲਿਵਿੰਗ ਥਿੰਗ ਹੈ ਖਾ ਉਹ ਦਰਖਤ ਹੈ ਖਾ ਕੋਈ ਜਾਨਵਰ ਹੈ ਖਾ ਇਨਸਾਨ ਹੈ ਜਿਹਨੂੰ ਅੱਲਾ ਨੇ ਜਾਨ ਦਿੱਤੀ ਹੈ ਉਹਦੇ ਨਾਲ ਨਾ ਹੱਕ ਜ਼ੁਲਮ ਨਾ ਕਰੋ ਸਬਜ਼ ਦਰਖਤ ਨੂੰ ਸਾਨੂੰ ਸਾੜਨਾ ਮਨਾ ਹੈ ਸਾਨੂੰ ਮਨਾ ਕੀਤਾ ਜਾਂਦਾ ਯਾਰ ਸਾਵੇ ਤੇ ਨਾ ਚਲੋ ਰਾਤ ਨੂੰ ਘਾਤ ਨਾ ਚਲੋ ਮਤਲਬ ਇਹਤਰਾਮ ਕਰੋ ਨਾ ਚੀਜ਼ਾਂ ਦੇ ਇਹ ਤਾਂ ਤੁਸੀਂ ਸਾਨੂੰ ਗੱਲਾਂ ਦੱਸ ਰਹੇ ਹੋ ਨਾ ਮਾਡਰਨ ਵਰਲਡ ਦੀ ਨਹੀਂ ਸਰ ਸਾਡਾ ਇਸਲਾਮ ਵੀ ਸਾਨੂੰ ਇਹੀ ਕਹਿੰਦਾ ਹੈ ਅਸੀਂ ਇਸਲਾਮ ਦੇ ਤਾਂ ਚੱਲਦੇ ਹੀ ਕੋਈ ਨਹੀਂ ਨਾ ਪਾਕਿਸਤਾਨ 'ਚ ਅਗਰ ਇਸਲਾਮ ਆ ਜਾਏ ਫਿਰ ਤਾਂ ਮਸਲਾ ਹੀ ਖਤਮ ਹੋ ਜਾਂਦਾ ਫਿਰ ਤਾਂ ਇਸ਼ੂ ਰਹਿੰਦਾ ਹੀ ਕੋਈ ਨਹੀਂ ਤੇ ਫਿਰ ਤੁਸੀਂ ਇੱਕ ਛੋਟੀ ਜਿਹੀ ਮੈਨੂੰ ਗੱਲ ਦੱਸੋ ਪਾਕਿਸਤਾਨ ਬਣਾਉਣ ਦਾ ਮਕਸਦ ਕੀ ਸੀ ਮੈਨੂੰ ਤਾਂ ਪਤਾ ਤੇ ਬਹੁਤ ਸਾਰੇ ਹੋਰ ਮਕਸਦ ਨੇ ਲੇਕਿਨ ਉਹ ਜਿਹਨਾਂ ਵਾਸਤੇ ਬਣਾਇਆ ਉਹ ਇੰਜੋਏ ਕਰ ਰਹੇ ਨਹੀਂ ਤੁਹਾਡਾ ਨਾਰਾ ਇਹ ਸੀ ਕਿ ਇਸਲਾਮ ਵਾਸਤੇ ਇੱਕ ਮੁਲਕ ਬਣੇਗਾ ਜਿਹੜੀ ਮੈਨੂੰ ਕੋਈ ਥੋੜੀ ਬਹੁਤ ਨੌਲੇਜ ਹੈ ਇਹ ਗੱਲ ਹੈ ਸੁਣਿਆ ਨਹੀਂ ਤੇ ਹੁਣ ਪਾਕਿਸਤਾਨ ਦੇ ਜਿਹੜਾ ਡਰਾਮਾ ਘਰ ਘਰ ਵੇਖਿਆ ਜਾਂਦਾ ਹੈ ਉਹਦੇ 'ਚ ਸਰੇਆਮ ਸ਼ਰਾਬ ਪੀਤੀ ਜਾ ਰਹੀ ਹੈ ਜੀ ਸਿਗਰਟ ਪਹਿਲਾਂ ਪੀਂਦੇ ਸਨ ਉਹਦੇ ਲਿਖਿਆ ਆਉਂਦਾ ਮੋਦੇ ਤੇ ਹੁਣ ਸ਼ਰਾਬ ਪੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਇਹਦਾ ਕਸੂਰਵਾਰ ਕੌਣ ਦੇਖੋ ਕਸੂਰਵਾਰ ਫਿਰ ਸਾਰੇ ਹੀ ਜਿਹੜੇ ਕਰਤੇ ਧਰਤੇ ਨੇ ਠੀਕ ਹੈ ਨਾ ਨਹੀਂ ਕੋਈ ਕਰਤੇ ਧਰਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਬੰਦੇ ਦਾ ਪਰ ਆਈ ਥਿੰਕ ਅਗਰ ਲੇਕਿਨ ਅਸੀਂ ਸਰਚ ਕਰੋ ਨਾ ਸਾਡਾ ਜਿਹੜਾ ਪੁਆਇੰਟ ਆਊਟ ਹੈ ਨਾ ਜੀ ਉਹ ਕੋਈ ਬੰਦਾ ਨਹੀਂ ਹੈ ਇੱਕ ਸਿਸਟਮ ਹੈ ਨਾ ਕੁਰਸੀ ਹੈ ਨਹੀਂ ਇੱਕ ਕੁਰਸੀ ਹੈ ਹੁਣ ਡੀਸੀਓ ਹੈ ਅਸੀਂ ਕਿਸੇ ਦਾ ਨਾਂ ਤੇ ਨਹੀਂ ਲੈ ਰਹੇ ਡੀਸੀਓ ਇੱਕ ਪੋਸਟ ਹੈ ਜਿਹਦੀ ਵੈਲਿਊ ਹੈ ਇੱਕ ਆਮ ਬੰਦਾ ਵੀ ਖੜਾ ਹੋਏ ਇੱਕ ਪੁਲਿਸ ਵਾਲਾ ਖੜਾ ਹੋਏ ਪੁਲਿਸ ਵਾਲੇ ਦੀ ਰਿਸਪੈਕਟ ਇਸ ਵਾਸਤੇ ਹੋਏਗੀ ਕਿ ਉਹਨੇ ਵਰਦੀ ਪਾਈ ਜੀ ਸਰ ਇਸੇ ਤਰ੍ਹਾਂ ਹਰ ਕੁਰਸੀ ਦੀ ਵੈਲਿਊ ਹੈ ਮੇਰੇ ਵਾਸਤੇ ਆਸਮ ਮੁਨੀਰ ਦੀ ਪਰਸਨਲੀ ਕੋਈ ਵੈਲਿਊ ਨਹੀਂ ਮਰੀਮ ਦੀ ਕੋਈ ਵੈਲਿਊ ਨਹੀਂ ਕਿਉਂ ਉਹ ਪਰਸਨਲ ਨੇ ਅਗਰ ਹਾਂ ਉਹ ਪ੍ਰਾਈਮ ਮਿਨਿਸਟਰ ਹੈ ਉਹ ਸਾਡਾ ਚੀਫ ਹੈ ਸਾਡੇ ਮੁਲਕ ਦਾ ਚੀਫ ਹੈ ਉਹ ਚੀਫ ਮਿਨਿਸਟਰ ਹੈ ਅਸੀਂ ਰਿਸਪੈਕਟ ਕਰ ਰਹੇ ਹਾਂ ਕਿਹਦੀ ਉਸ ਕੁਰਸੀ ਦੀ ਇਸੇ ਤਰ੍ਹਾਂ ਹੀ ਤੁਹਾਡੇ ਖਿਆਲ 'ਚ ਜਿਹੜਾ ਹੋ ਰਿਹਾ ਇਹਦੇ ਤੇ ਕੰਟਰੋਲ ਕਿਹੜੀ ਕੁਰਸੀ ਹੈ ਜਿਹਨੇ ਕਰਨਾ ਉਹ ਤਾਂ ਪੁਲਿਸ ਦੀ ਬਣਦੀ ਸੀ ਨਾ ਜੇ ਇਸਲਾਮਾਬਾਦ ਜਿਹੜੇ ਐਕਸੀਡੈਂਟ ਦੀ ਗੱਲ ਕਰ ਰਹੇ ਹੋ ਜੀ ਹੁਣ ਤੁਸੀਂ ਮੈਨੂੰ ਗੱਲ ਦੱਸੋ ਤੁਸੀਂ ਅਮਰੀਕਾ ਰਹਿ ਰਹੇ ਦੁਨੀਆ ਦੇ ਮੁਲਕ 'ਚ ਰਹਿ ਰਹੇ ਹੋ ਉੱਥੇ ਕੋਈ ਮਸਲਾ ਹੁੰਦਾ ਹੈ ਉਹ
ਬੰਦੇ ਨੂੰ ਜਿਹਨੇ ਗਲਤੀ ਕੀਤੀ ਉਹਨੂੰ ਫੜਨਗੇ ਜਾਂ ਪੁੱਛਣਗੇ ਕਿ ਤੇਰਾ ਮਾਂ ਪਿਓ ਜਾਂ ਵਾਲੀ ਵਾਰਸ ਕੌਣ ਹੈ? ਸਰ ਅਮਰੀਕਾ ਦੇ ਵਿੱਚ ਤਾਂ ਸਾਡਾ ਜਿਹੜਾ ਆਰਮੀ ਚੀਫ ਹੈ ਅਮਰੀਕਨ, ਸਾਨੂੰ ਉਹਦਾ ਨਾਮ ਵੀ ਨਹੀਂ ਪਤਾ। ਨਹੀਂ ਹੋਣਾ ਵੀ ਨਹੀਂ ਚਾਹੀਦਾ, ਠੀਕ ਹੈ, ਕਿਉਂਕਿ ਉਹ ਇੱਕ ਹੁਣ ਆਰਮੀ ਦੇ problem ਜਾਬ ਹੈ ਹੈ, ਉਹਦੀ। ਅਮਰੀਕਾ ਤੇ ਪਾਕਿਸਤਾਨ ਨੂੰ ਅਸੀਂ ਕੰਪੇਅਰ ਨਹੀਂ ਕਰ ਰਹੇ, ਲੇਕਿਨ ਕਿਆ ਪੁਲਿਸ ਨੇ ਕੋਈ ਐਕਸ਼ਨ ਲਿਆ? ਮੈਂ ਹਜੇ ਤੱਕ ਤਾਂ ਨਹੀਂ ਸਾਡਾ ਲਿੱਤਾ। ਜਿਹੜਾ ਮੇਨ ਪਿਲਰ ਹੈ ਜਿਹਨੂੰ ਉਹ ਕਹਿੰਦੇ ਨੇ ਜੀ ਅਸੀਂ ਮੀਡੀਆ ਬੰਦ ਹੋ ਜਾਏ ਤਾਂ ਪਾਕਿਸਤਾਨ ਡਿੱਗ ਪੈਂਦਾ, ਕਿਆ ਮੀਡੀਆ ਦੇ ਕੋਈ ਖਬਰ ਆਈ ਹੈ? ਸਰ ਹਰ ਬੰਦਾ ਜਿਹੜਾ ਹੈ ਨਾ ਪਾਕਿਸਤਾਨ ਦੇ ਵਿੱਚ ਭਾਈ ਜੀ, ਉਹ ਸਿਰਫ ਪੈਸੇ ਦਾ, ਉਹਦੇ 'ਚ ਮੀਡੀਆ ਵੀ ਹੈ ਬਹੁਤ ਸਾਰਾ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ, ਮੈਨੂੰ ਇੱਕ ਗੱਲ ਦਾ ਜਵਾਬ ਦੱਸੋ, ਜੀ, ਪਾਕਿਸਤਾਨ ਦੇ ਵਿੱਚ ਆਇਆ ਮਹਿੰਗਾਈ ਖਤਮ ਹੋ ਗਈ ਹੈ, ਉਹ ਹੋ ਸਕਦੀ ਵੀ ਨਹੀਂ, ਲੇਕਿਨ ਉਹਦੇ 'ਚ ਹੁਣ ਕੋਈ ਗੱਲ ਹੋ ਰਹੀ ਕਿਸੇ ਮੀਡੀਆ ਚੈਨਲ ਤੇ? ਉਹ ਹੋ ਸਕਦੀ ਵੀ ਨਹੀਂ। ਫਿਰ ਤੇ ਫਿਰ ਕਿਉਂ ਨਹੀਂ ਹੋ ਮੀਡੀਆ ਰਹੀ? ਗੱਲ ਕਰੇਗਾ ਤਾਂ ਮੀਡੀਆ ਦੇ ਇਸ਼ਤਿਹਾਰ ਬੰਦ ਹੋ ਜਾਣਗੇ, ਐਗਜ਼ੈਕਟਲੀ। ਮੀਡੀਆ ਨਿੱਤਰ ਪੈਣਗੇ। ਇਹ ਤੇ ਅਸੀਂ ਰਿਕਾਰਡਿੰਗਾਂ, ਟੇਪ ਰਿਕਾਰਡਿੰਗਾਂ ਆਈਆਂ ਨੇ, ਵੀਡੀਓ ਆਡੀਓ ਆਈਆਂ ਨੇ ਕਿ ਫਲਾਣੇ ਚੈਨਲ ਵਾਲਿਆਂ ਨੂੰ ਅਗਰ ਆਖੇ ਨਹੀਂ ਲੱਗਦਾ ਤਾਂ ਉਹਨਾਂ ਨੂੰ ਕੁੱਤੇ ਬਣਾ ਦਿਓ, ਔਰ ਬੜੇ ਸੀਨੀਅਰ ਸਾਫੀ ਨੇ ਜਿਨ੍ਹਾਂ ਦੇ ਨਾਂ ਲੈ ਕੇ ਕਿਹਾ ਗਿਆ। ਬਿਲਕੁਲ, ਬਟ ਅੱਲਾ ਹਦਾਇਤ ਦੇ ਸਾਰਿਆਂ ਨੂੰ। ਅੱਲਾ ਨੇ ਦੇਣੀ ਹੈ ਨਾ, ਸਾਡੇ ਹੱਥ ਵਾਸੀ ਨਹੀਂ। ਨਹੀਂ ਉਹਦਾ ਫਿਰ ਜੀ ਦੇਖੋ, ਤੁਹਾਨੂੰ ਦੋ ਝਲਕੀਆਂ ਆਈਆਂ ਨੇ ਖੈਬਰ ਪਖਤੂਨਖਵਾ 'ਚ, ਤੁਸੀਂ ਵੇਖਿਆ ਪਹਾੜਾਂ ਦੇ ਵੱਡੇ ਵੱਡੇ ਪੱਥਰ ਥੱਲੇ ਆਏ ਨੇ, ਉਹਨਾਂ ਨੇ ਇਲਾਕੀ ਤਹਿਸ ਨਹਿਸ ਕਰਤੇ ਨੇ। ਪੰਜਾਬ ਪੂਰਾ ਆਲਮੋਸਟ ਸਲਾਬ ਦੀ ਹੱਦ ਚਲਾ ਗਿਆ, 2-2 3-3 ਮੰਜ਼ਲਾਂ ਉਹਨਾਂ ਦੇ ਵਿੱਚ ਰੇਤ ਭਰ ਗਈ। ਔਰ ਪਤਾ ਨਹੀਂ ਉਹਨਾਂ ਵਿਚਾਰਿਆਂ ਨੇ 90s ਦੇ ਵਿੱਚ ਜਿਹੜੇ ਘਰ ਬਣਾਏ ਸਨ, ਬਿਲਡ ਕੀਤੇ ਸਨ। ਮੈਂ ਛੋਟਾ ਜਿਹਾ ਸੀ ਨਾ, ਤੇ ਟੀਵੀ ਦੇ ਇਸ਼ਤਿਹਾਰਾਂ ਸੀ, ਦਿਲ ਖੋਲ ਕੇ ਆਤੀ ਹੈ, ਤੇ ਮੈਂ ਮਾਸੂਮ ਬੱਚਾ ਪਾਗਲ ਜਿਹਾ ਕਹਿ ਰਿਹਾ, ਤੇ ਮੈਂ ਬਜ਼ੁਰਗਾਂ ਨੂੰ ਪੁੱਛ ਬੇਟਾ ਪਹਿਲੋਂ ਦਿਲ ਦਾ ਆਪਰੇਸ਼ਨ ਕਰਾਈਏ ਤੇ ਫਿਰ ਪੈਸੇ ਕੱਢੀਏ। ਉਹਨਾਂ ਨੇ ਕਹੇ ਨਹੀਂ ਬੇਟਾ, ਇਸका मतलब है कि खुले पैसे दो। मैं ਬੱਚਾ ਸਾਂ, ਹੁਣ ਟੀਵੀ ਤੇ ਬਾਰ-ਬਾਰ ਇਸ਼ਤਿਹਾਰ ਚੱਲਦਾ ਸੀ, 90s 'ਚ ਆਇਆ ਸੀ, ਦਿਲ ਖੋਲ ਕੇ ਆਤੀ ਹੈ, ਤੇ ਮੈਂ ਪਹਿਲਾਂ ਦਿਲ ਖੁਲਾਉਣਾ ਪੈਣਾ ਕੋਈ, ਤੇ ਦੱਸੋ ਕਿੱਦਾਂ ਖੋਲਾ, ਕਿਹੜਾ ਬਟਨ ਜਾਂ ਕਿਹੜਾ ਕਰਾਵਾਂ ਆਪਰੇਸ਼ਨ ਸੀਰੀਅਸਲੀ। ਸਰ ਗੱਲ ਹੈ ਨਾ, ਪ੍ਰੋਬਲਮ ਹੈ ਕਿ ਉਹ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਜਿਨ੍ਹਾਂ ਨੇ ਸਹੀ ਕਰਨਾ ਉਹਨਾਂ ਨੂੰ ਤਾਂ ਟੈਨਸ਼ਨ ਹੀ ਕੋਈ ਨਹੀਂ। ਨਾ ਉਹ ਪਹਾੜਾਂ ਵਿੱਚ ਮੋਏ ਨੇ, ਨਹੀਂ ਸਰ, ਉਹਦੀ ਨਾ ਵਜ੍ਹਾ ਉਹ ਸ਼ਰਾਬ ਨਾਲ ਮੋਏ ਨੇ। ਈਵਨ ਕਿ ਖਾਜਾ ਆਸਫ, ਉਹਦਾ ਬਿਆਨ ਸੀ, ਉਹਨੇ ਕਿਹਾ ਜੀ ਲਾਹੌਰ ਦੇ ਬੰਦੇ ਨੇ ਜਿਹੜੇ ਇਹ ਟੈਂਕੀਆਂ ਤੇ ਆਪਣੇ ਟੱਬ ਵਗੈਰਾ ਭਰ ਕੇ ਰੱਖ ਲਓ ਤੇ ਪਾਣੀ ਖਤਮ ਹੋ ਜਾਏਗਾ। ਉਹ ਸਾਡਾ that's the ਉਹ problem। ਸਾਡਾ ਮਿਨਿਸਟਰ ਹੈ। ਨਹੀਂ ਉਹਦੇ ਪਤਾ ਕੀ ਚੱਕਰ ਹੈ, ਦੇ ਆਰ ਪਲੇਇੰਗ ਵਿਦ ਅ ਫਾਇਰ, ਪੈਟਰੋਲ ਇਨ ਦੇ ਹੈਂਡ, ਯਾਨੀ ਕਿ ਪੈਟਰੋਲ ਹੱਥ 'ਚ ਨੱਪਿਆ ਨੇ ਤੇ ਅੱਗ ਨਾਲ ਖੇਡ ਰਹੇ ਨੇ। ਇਹੀ ਗੱਲ ਅੱਜ ਤੋਂ ਕਈ ਸੌ ਸਾਲ ਪਹਿਲੇ ਫਰਾਂਸ ਦੀ ਵੀ ਉਹਨੇ ਕਿਹਾ ਸੀ ਕਿ ਅਗਰ ਰੋਟੀ ਨਹੀਂ ਹੈ ਤਾਂ ਬ੍ਰੈਡ ਖਾ ਲਓ। ਤੇ ਫਿਰ ਉੱਥੇ ਜੋ ਉਹਨਾਂ ਨੂੰ ਜ਼ੁਲਮ ਜ਼ਿਆਤੀ ਹੋਈ ਸੀ ਨਾ, ਤਾਂ ਨਾ ਕਰੇ ਅੱਲਾ ਕਰੇ ਕਿ ਪਾਕਿਸਤਾਨ ਦੀ ਹਦਾਇਤ ਸੁੱਤੀ ਰਹੇ ਆਵਾਮ ਹੀ, ਜਦੋਂ ਜਾਗ ਗਈ ਨਾ ਤੇ ਫਿਰ ਭਾਈ ਜੀ ਪਤਾ ਨਹੀਂ ਕੀ ਹੋ ਜਾਣਾ ਜੇ। ਲੇਕਿਨ ਹੁਣ ਪਾਕਿਸਤਾਨ 'ਚ ਬੇਸਿਕਲੀ ਹਰ ਜਿਹੜੇ ਹੁੰਦੇ ਨੇ ਕਰਤੇ ਧਰਤੇ ਜਾਂ ਥਿੰਕ ਟੈਂਕ ਜਾਂ ਜਿਹੜਾ ਸਿਸਟਮ ਚਲਾ ਰਹੇ ਨੇ, ਮੇਰੀ ਗੱਲ ਸੁਣ ਲਓ ਨਾ, ਉਹਨਾਂ ਦਾ ਇੱਕ ਮਿਸ਼ਨ ਹੁੰਦਾ ਹੈ ਕਿ ਗੁਰਬਤ ਖਤਮ ਕਰੀਏ। ਲੇਕਿਨ ਜਿਹੜਾ ਮੈਨੂੰ ਨਜ਼ਰ ਆ ਰਿਹਾ ਪਾਕਿਸਤਾਨ ਦੇ ਵਿੱਚ, ਇਹ ਗਰੀਬ ਖਤਮ ਮੁਹਿੰਮ ਚਲੀ ਪਈ ਹੈ, ਗਰੀਬ ਹੀ ਖਤਮ ਕਰ ਦਿਓ। ਬਟ ਇੱਕ ਗੱਲ, ਇਹ ਤਾਂ ਜ਼ਰਦਾਰੀ ਸਾਹਿਬ ਨੇ ਬੜੀ ਦੇਰ ਪਹਿਲੇ ਬਿਆਨ ਦਿੱਤਾ ਸੀ ਕਿ ਅਸੀਂ ਗਰੀਬ ਖਤਮ ਕਰਦੇ ਹਾਂ। ਫਿਰ ਹੋ ਹੀ ਗਏ ਨੇ, ਫਿਰ ਸਰਦਾਰੀ ਸਾਹਿਬ ਦੀ ਜ਼ੁਬਾਨ ਮੁਬਾਰਕ ਕੀਜੇ। ਇਸ ਨਾਲ ਲੈ ਲਈਏ ਤਾਂ ਗਰੀਬ ਤਾਂ ਮੁਕਣਾ ਹੀ ਮੁਕਣਾ। ਹੁਣ ਤੁਸੀਂ ਇਹ ਜੋ ਹੋ ਰਿਹਾ ਹੈ, ਇਹਦੇ ਤੇ ਆਪਣਾ ਫਾਈਨਲ ਪੁਆਇੰਟ ਆਫ ਵਿਊ ਦੇ ਦਿਓ। ਮਸਲਨ ਹੁਣ ਦੇਖੋ ਨਾ, ਅਸੀਂ ਵੀ ਵੈਂਟ ਆਲ ਓਵਰ, ਬਹੁਤ ਹਿਸਾਬ 'ਚ ਬਿਹਤਰ ਹੋ ਰਿਹਾ ਹੈ। ਨਹੀਂ ਜਿਹੜਾ ਤੁਸੀਂ ਲੈਟਸ ਸਟਾਰਟ ਇੱਕ ਟਾਪਿਕ ਕਰ ਦਈਏ ਨਾ, ਤੁਸੀਂ ਪਹਿਲਾਂ ਜਿਹੜਾ ਲਾਇਸੈਂਸ ਦੀ ਗੱਲ ਕਰ ਰਹੇ ਸੀ ਨਾ, ਮੈਂ ਉਹਦੇ ਧਿਆਨ ਦੇ, ਜਿਹੜਾ ਓਰੀਜਨਲ ਟਾਪਿਕ ਸੀ ਲਾਇਸੈਂਸ ਦਾ। ਅਸਲ ਵੇਖੋ ਜੀ, ਇਹ ਬਹੁਤ ਦੇਰ ਨਾਲ ਕੀਤਾ ਨੇ, ਇਤਨਾ ਲੇਟ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਉਂ, ਕਿਸੇ ਦੀ ਜ਼ਰੂਰਤ ਨਹੀਂ ਸੀ ਜਾਂ ਕੀ ਮਸਲਾ ਸੀ, ਜਾਂ ਕਿਸੇ ਦਾ ਧਿਆਨ ਇਸ ਪਾਸੇ ਕਿਉਂ ਨਹੀਂ ਗਿਆ। ਸਿੰਪਲ ਗੱਲ ਹੈ, ਤੁਸੀਂ ਗੱਡੀ ਚਲਾਉਣੀ ਹੈ, ਮੋਟਰਸਾਈਕਲ ਚਲਾਉਣਾ ਹੈ, ਪਹਿਲਾਂ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ। ਲਾਇਸੈਂਸ ਉਹਦੇ ਨਾਲ ਵੀ ਪੁਆਇੰਟ ਸਿਸਟਮ ਰੱਖਣ ਕਿ ਤੁਸੀਂ ਲਾਇਸੈਂਸ ਸਾਰੀ ਜ਼ਿੰਦਗੀ 'ਚ, ਹੁਣ ਤਾਂ ਖੈਰ ਕੰਪਿਊਟਰ ਆ ਕੇ ਪਾਕਿਸਤਾਨ 'ਚ ਕੀ ਸਿਸਟਮ ਬਣਦਾ, ਪਹਿਲਾਂ ਲੋਕਾਂ ਨੇ ਇੱਕ ਜਗ੍ਹਾ 'ਤੇ ਹੋਇਆ, ਦੂਸਰੀ ਜਗ੍ਹਾ ਜਾ ਬਣਵਾ ਲਿਆ, ਦੂਸਰੇ ਸੂਬੇ ਤੋਂ ਤੀਸਰੇ 'ਤੇ ਬਣਵਾ ਲਿਆ। ਹੁਣ ਆਲ ਕੰਪਿਊਟਰਾਈਜ਼ ਹੋ ਗਿਆ ਪਾਕਿਸਤਾਨ ਸਿਸਟਮ। ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਮੇਰਾ ਲਾਇਸੈਂਸ ਹੈ, ਇਹਦੇ ਇਤਨੇ ਪੁਆਇੰਟ ਨੇ, 10-12 ਜਿਤਨੇ ਵੀ ਨੇ, ਇਤਨੀ ਮੈਂ ਗਲਤੀਆਂ ਕਰਾਂਗਾ, ਮੈਂ ਲਾਲ ਬੱਤੀ ਕੱਟਾਂਗਾ ਤੇ ਮੇਰੇ ਇਤਨੇ ਪੁਆਇੰਟ ਡਿਟੈਕਟ ਹੋ ਜਾਣਗੇ। ਮੈਂ ਕੋਈ ਵੀ ਗਲਤ ਵਾਇਲੇਸ਼ਨ ਕਰਾਂਗਾ, ਮੇਰੇ ਪੁਆਇੰਟ ਘਟਦੇ ਖਤਮ ਹੋ ਜਾਣਗੇ, ਔਰ ਲਾਇਸੈਂਸ ਫਿਰ ਮੈਂ ਜ਼ਿੰਦਗੀ 'ਚ ਨਹੀਂ ਬਣਾ ਸਕਦਾ। ਔਰ ਜਿਹੜੇ ਸਖਤੀ ਕਾਰਨ ਹੈ ਕਿ ਬੰਦਿਆਂ ਨੂੰ ਅਰੈਸਟ ਕਰ ਰਹੇ ਨੇ, ਐਟਲੀਸਟ 3rd ਟਾਈਮ ਕਰਨ। ਫਸਟ ਟਾਈਮ ਜਿਹੜਾ ਜੁਰਮਾਨਾ ਹੈ ਉਹ ਰੈਗੂਲਰ ਰਵੇ, ਫਿਰ ਡਬਲ, ਫਿਰ ਟ੍ਰਿਪਲ, ਔਰ ਫਿਰ। ਲੇਕਿਨ ਇੱਕ ਪਾਕਿਸਤਾਨ ਦੀ ਆਵਾਮ ਦੇ ਵੀ ਤੁਹਾਨੂੰ ਦੱਸਾਂ ਨਾ ਭਾਈ ਜੀ, ਇਹ ਕੋਈ ਨਵੀਂ ਚੀਜ਼ ਤਾਂ ਕਿਸੇ ਨੂੰ ਨਹੀਂ ਪਤਾ ਕਿ ਮੋਟਰਸਾਈਕਲ ਜਾਂ ਗੱਡੀ ਵਾਸਤੇ ਤੁਹਾਨੂੰ ਹੈਲਮਟ ਜ਼ਰੂਰੀ ਹੈ, ਮੋਟਰਸਾਈਕਲ ਤੇ ਲਾਇਸੈਂਸ ਜ਼ਰੂਰੀ ਹੈ। ਲੇਕਿਨ ਆਵਾਮ ਉਹ ਕਹਿ ਰਹੀ ਹੈ ਸਾਨੂੰ ਆਗਾਹੀ ਤਾਂ ਦਿਓ ਨਾ ਯਾਰ, ਉਹ ਮਤਲਬ ਬਹਾਨੇ ਨਾ ਢੂੰਡੋ, ਉਹਦੀ ਵਜ੍ਹਾ ਦੱਸਦਾ ਵਾਂ। ਜੀ ਸਰ, ਤੁਸੀਂ ਜਿਹੜੀਆਂ ਗੱਲਾਂ ਲਾਇਸੈਂਸ ਦੇ ਬਾਰੇ 'ਚ ਕੀਤੀਆਂ ਨਾ, ਪੁਆਇੰਟ ਵਾਲੀਆਂ, ਜੀ ਸਰ, ਉਹਦੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ? ਐਜੂਕੇਸ਼ਨ।
ਤੇ ਇੱਕ ਪਿੰਡ ਦੇ ਵਿੱਚੋਂ ਬੰਦਾ ਉੱਠਦਾ, ਪੱਗ ਉਹਨੇ ਬੰਨੀ ਹੈ, ਮੇਰੇ ਆਰ ਜਟਕਾ ਰਿਹਾ, ਜਿਹੜਾ ਅਲਫ ਨੂੰ ਕਹਿੰਦਾ ਕਿੱਲੀਏ, ਉਹਨੂੰ ਅਲਫ ਦਾ ਹੀ ਨਹੀਂ ਪਤਾ। ਸਰ ਫਿਰ 75 ਸਰ ਸਾਲ ਹੋ ਗਏ ਨੇ, ਉਹਨੂੰ ਜੇ 77 ਸਾਲ ਹੋ ਗਏ ਨੇ, ਫਿਰ ਕੀ ਸਿੱਖਿਆ ਹੈ? ਨਹੀਂ, ਉਹਨੂੰ ਸਿਰਫ ਤੁਸੀਂ ਉਹਦੇ ਤੇ ਮਸਟ ਕਰੋ ਕਿ ਉਹਦੇ ਕੋਲ ਲਾਇਸੈਂਸ ਹੋਏ, ਇਹ ਵੀ ਬੜੀ ਗੱਲ ਹੈ। ਔਰ ਲਾਇਸੈਂਸ ਸਿਰਫ ਬੜੀ ਗੱਲ ਹੈ। ਸਿਰਫ ਲਾਇਸੈਂਸ ਨਾ ਹੋਵੇ, ਲਾਇਸੈਂਸ ਕਮਸ ਵਿਦ ਰਿਸਪੌਂਸਿਬਿਲਿਟੀ। ਦੇਖੋ ਹੁਣ ਦੋ ਮਿਸਾਲ, ਛੋਟੀ ਜੀ ਗੱਲ ਤੁਹਾਨੂੰ ਮੈਂ ਪੁੱਛਦਾ ਵਾਂ, ਇੱਕ ਪੁਲਿਸ ਦਾ ਜਾਂ ਆਰਮੀ ਵਾਲਾ ਉਹਦੇ ਕੋਲ ਵੀ ਗਨ ਹੈ, ਇੱਕ ਦਹਿਸ਼ਤਗਰਦ ਜਾਂ ਡਾਕੂ ਜਾਂ ਕੋਈ ਆਮ ਬੰਦਾ ਉਹਦੇ ਕੋਲ ਵੀ ਗਨ ਹੈ, ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਕਿਹੜੀ ਗਨ ਠੀਕ ਹੈ ਤੇ ਕਿਹੜੀ ਰੋਂਗ ਹੈ ਤਾਂ ਉਹ ਦੋਵਾਂ ਨੇ ਇੱਕ ਹੀ ਕੰਮ ਕਰਨਾ ਹੈ ਜੇ ਚੱਲੇਗੀ ਤਾਂ ਚੱਲੇਗੀ। ਲੇਕਿਨ ਤੁਸੀਂ ਪੁਲਿਸ ਤੇ ਆਰਮੀ ਵਾਲਿਆਂ ਨੂੰ ਜਾਂ ਜਿਹੜਾ ਵੀ ਹੈ ਵਰਦੀ ਵਾਲਾ ਜਿਹਦੇ ਕੋਲ ਲਾਇਸੈਂਸ ਹੈ ਜਾਂ ਰਿਸਪੌਂਸਿਬਿਲਿਟੀ ਹੈ, ਉਹਨੂੰ ਪਤਾ ਕਿ ਮੈਂ ਜ਼ਿੰਮੇਦਾਰੀ ਨਾਲ ਚਲਾਣੀ ਹੈ। ਬਿਲਕੁਲ। ਜਿਹੜਾ ਆਮ ਬੰਦਾ ਹੈ ਜਾਂ ਦਹਿਸ਼ਤਗਰਦ ਹੈ ਜਾਂ ਡਾਕੂ ਚੋਰ ਹੈ, ਉਹਨੇ ਭਾਈ ਜੀ ਉਹਨੇ ਚਲਾ ਦੇਣੀ ਤੇ ਉਹਨੇ ਨਹੀਂ ਵੇਖਣਾ ਕਿਹੜਾ ਕਿਹੜਾ ਜਾ ਰਿਹਾ। ਲੇਕਿਨ ਜਿਹੜਾ ਪੁਲਿਸ ਵਾਲਾ ਜਾਂ ਆਰਮੀ ਵਾਲਾ, ਉਹਨੇ ਪੜ੍ਹ ਕੇ, ਉਹਨੇ ਸਾਰਾ ਸਿੱਖ ਕੇ ਉੱਥੇ ਕੱਪੜਿਆ। ਇੱਕ ਪਿੰਡ ਦੇ ਵਿੱਚ ਹੁਣ ਮੈਜੋਰਟੀ ਜਿਹੜੇ ਸਾਡੇ ਵੱਲ ਪਿੰਡ ਨੇ, ਉੱਥੇ ਜਿਹੜੇ ਮੇਰੇ ਆਣਦੇ ਨੇ, ਉਹ ਤਾਂ ਪੜ੍ਹੇ ਲਿਖੇ ਹੀ ਨਹੀਂ। ਉਹ ਫਿਰ ਦੇਖੋ ਮੇਰੇ ਤੋਂ ਮੈਂ ਕਿ ਮੇਰੇ ਆਣਦੇ ਜਿਹੜੇ ਸਾਡੇ ਪਿੰਡ ਦੇ ਬੰਦੇ ਨਾ, ਹਾਰਡਲੀ 10% ਮੈਟ੍ਰਿਕ ਪਾਸ ਨੇ। ਉਹ ਇੱਕ ਜਾਂ ਦੋ ਮੁੰਡੇ ਨੇ ਜਿਨ੍ਹਾਂ ਨੇ FA ਜਾਂ BA ਕੀਤੇ ਆ। ਹੁਣ ਜਿਹੜੇ ਮੇਰੇ ਤੋਂ ਉੱਤੇ ਦੇ ਨੇ, ਉਹਨਾਂ ਨੂੰ ਪੜ੍ਹਨਾ ਹੀ ਕੱਖ ਨਹੀਂ ਇੱਕ ਛੋਟੀ ਜੀ ਗੱਲ, ਇੱਕ ਛੋਟੀ ਜੀ ਗੱਲ ਹੈ, ਇੱਕ ਛੋਟੀ ਜੀ ਗੱਲ ਹੈ। ਮੈਂ ਬਾਕੀ ਮਜ਼ਹਬਾਂ ਦਾ ਮੈਨੂੰ ਨਾ ਹੀ ਪਤਾ ਤੇ ਨਾ ਹੀ ਮੈਂ ਜ਼ਿੰਮੇਦਾਰ ਹਾਂ, ਲੇਕਿਨ ਸਾਡਾ ਪਿਆਰਾ ਮਜ਼ਹਬ ਇਸਲਾਮ ਜਿਹਦਾ ਪਹਿਲਾ ਲਫ਼ਜ਼ ਹੀ ਆਇਆ ਇਕਰਾ, ਪੜ੍ਹ, ਤੇ ਤੁਸੀਂ ਫਿਰ ਦੱਸ ਰਹੇ ਹੋ ਕਿ ਤੁਸੀਂ ਉਹਦੇ 'ਤੇ ਅਮਲ ਨਹੀਂ ਕਰ ਰਹੇ ਹੋ, ਤੇ ਫਿਰ ਅੱਗੇ ਅੱਲਾ ਹੀ ਹਾਫਿਜ਼ ਜੀ। ਫਿਰ ਜਿਹੜਾ ਲਫ਼ਜ਼ ਪਹਿਲਾ ਕੁਰਾਨ ਪਾਕ ਦੇ ਇਕਰਾ ਆਇਆ, ਰਾਈਟ, ਇਕਰਾ ਬਿਸਮਿ ਰੱਬਿਕ ਖਲਕਲ ਇਨਸਾਨ ਆਇਆ, ਰਾਈਟ, ਬਿਲਕੁਲ ਹੈ। ਤੇ ਤੁਸੀਂ ਉਹ ਪਹਿਲਾ ਲਫ਼ਜ਼ ਦੀ ਅਮਲ ਨਹੀਂ ਕਰ ਰਹੇ, ਤੇ ਤੁਸੀਂ ਫਿਰ ਨਾਸ ਤੱਕ ਕਿਸ ਤਰ੍ਹਾਂ ਜਾਓਗੇ? ਸਮਝ ਕਿ ਨਹੀਂ ਆਈ? ਲੇਕਿਨ ਇਹ ਕਿੰਨੇ ਕਰਵਾਉਣਾ, ਜ਼ਿੰਮੇਵਾਰੀ ਕਿਹਦੀ ਹੈ? ਇਹ ਸਰ ਤੁਸੀਂ ਸਭ ਕੁਝ ਗਵਰਨਮੈਂਟ ਤੇ ਨਹੀਂ ਛੱਡ ਸਕਦੇ ਹੋ। ਨਹੀਂ, ਹਰ ਬੰਦਾ ਜਿਸ ਇੱਕ ਛੋਟੀ ਜਿਹੀ ਗੱਲ, ਮੇਰਾ ਇਖਤਲਾਫ ਹੈ ਤੁਹਾਡੇ ਨਾਲ, ਮੇਰਾ ਇਖਤਲਾਫ ਹੈ ਕਿ ਇੱਕ ਬੰਦਾ ਪੜ੍ਹਿਆ ਨਹੀਂ, ਉਹਦਾ ਲਾਇਸੈਂਸ ਨਹੀਂ ਬਣਨਾ ਚਾਹੀਦਾ। ਸਰ ਨਹੀਂ, ਸਿੰਪਲ ਆ ਜਾਂ ਨਾ, ਜੇ ਇੱਕ ਬੰਦਾ ਇੱਥੇ ਆਪਣਾ ਅਮਰੀਕਾ ਦੇ ਵਿੱਚ ਉਹ ਪੜ੍ਹਿਆ ਨਹੀਂ, ਉਹ ਰਿਟਨ ਪਾਸ ਨਹੀਂ ਕਰ ਸਕਦਾ, ਉਹਦਾ ਲਾਇਸੈਂਸ ਬਣੇਗਾ? ਬੋਲਿਓ। ਅੱਛਾ, ਉਹਦਾ ਲਾਇਸੈਂਸ ਦੇਖੋ ਜੀ, ਉਹ ਤੁਸੀਂ ਇੱਥੇ ਵੀ ਵੇਖਦੇ ਹੋ ਕਿ ਬੰਦੇ ਨੂੰ ਪਾਸ ਕਰਨਾ ਪੈਂਦਾ ਰਿਟਨ, ਕਿ ਉਹਨੇ ਪਾਸ ਕਰਨਾ ਤਾਂ ਉਹਨੂੰ ਲਾਇਸੈਂਸ ਲੱਭਣਾ। ਬਿਲਕੁਲ। ਲੇਕਿਨ ਪ੍ਰੋਬਲਮ ਪਾਕਿਸਤਾਨ ਦਾ ਪਤਾ ਕੀ ਹੈ? ਪਾਕਿਸਤਾਨ ਦੇ ਵਿੱਚ ਬੰਦਾ ਪੜ੍ਹਿਆ ਨਹੀਂ, ਉਹਦਾ ਲਾਇਸੈਂਸ ਕਿਸ ਤਰ੍ਹਾਂ ਬਣ ਜਾਂਦਾ? ਸਰ ਦੇਖੋ, ਦੋ ਕਿਸਮ ਦੀ ਐਜੂਕੇਸ਼ਨ ਹੈ। ਇੱਕ ਤੁਸੀਂ ਜਿਹੜੀ ਹੈ ਕਹਿ ਰਹੇ ਹੋ ਕਿ ਕਾਲਜਾਂ ਯੂਨੀਵਰਸਿਟੀਆਂ ਦੀ, ਉਹ ਮੈਂ ਤਾਂ ਉਹਨਾਂ ਨੂੰ ਵੀ ਅਨਪੜ੍ਹ ਹੀ ਮੰਨਦਾ ਵਾਂ। ਜਿਹਦੇ ਹਾਲਾਤ ਨੇ ਨਾ ਪਾਕਿਸਤਾਨ ਦੇ, ਉਹ ਪੜ੍ਹੇ ਲਿਖੇ ਜਾਇਲ ਨੇ, ਤੇ ਜਿਹੜੇ ਅਨਪੜ੍ਹ ਹੈ ਉਹਦੇ ਤੇ ਗਿਲਾ ਨਹੀਂ ਹੈ। ਉਹਦੀ ਮੈਂ ਉਹਨੂੰ ਐਕਸਪਲੇਨ ਕਰਨਾ, ਤੁਸੀਂ ਸਵਾਲ ਕੀਤਾ ਮੈਨੂੰ ਜ਼ਰਾ ਖੁੱਲਾ ਸੋਚਣ ਦਿਆ ਕਰੋ। ਇੱਕ ਤਾਂ ਮੈਂ ਉਰਦੂ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਦਾ ਵਾਂ, ਫਿਰ ਪੰਜਾਬੀ ਬੋਲਣ ਨਾਲ ਤੁਸੀਂ ਅੱਗੇ ਫੁੱਲ ਸਟਾਪ ਲਾ ਲੈਂਦੇ ਹੋ। ਮੈਨੂੰ ਪੂਰਾ ਕਰਦਾ। ਮੇਰਾ ਉਹ ਕੀ ਨਾਂ ਸੀ ਉਹਦਾ ਯਾਰ, ਉਹ ਮਾਰਵੀ ਸਰਮਦ ਦੀ ਮਾਂ ਭੈਣ ਜਿਹਨੇ ਕੀਤੀ ਸੀ, ਖਲੀਲੁਰ ਰਹਿਮਾਨ। ਤੁਸੀਂ ਚਾਹੁੰਦੇ ਮੇਰੀ ਵਾਲ ਬਣਾ ਕੇ ਖਲੀਲੁਰ ਰਹਿਮਾਨ ਕਫਰ ਬੜ ਟਾਈ ਪਰ ਸੁੱਟ ਦਿਆਂ? ਮੈਨੂੰ 1 ਮਿੰਟ ਦਿਓ, ਮੈਂ ਜਿਹੜਾ ਤੁਹਾਡਾ ਸਵਾਲ ਮੈਂ ਸੁਣਦਾ ਵਾਂ ਉਹ ਉਰਦੂ 'ਚ ਮੇਰੇ ਦਿਮਾਗ ਜਾਂਦਾ ਹੈ। ਇਹ ਵੀ ਗਲਤ ਗੱਲ ਹੈ ਕਿ ਪੂਰੇ ਮੁਲਕ ਨੂੰ ਹੀ ਕ੍ਰਿਮੀਨਲ ਬਣਾ ਦਿਓ। ਪਹਿਲੀ ਸੁਭਾਨ ਅੱਲਾਹ, ਪਾਕਿਸਤਾਨ ਦੀ ਇੱਜ਼ਤ ਕਿਸੇ ਪਾਸੇ ਨਹੀਂ। ਜੇ ਤੁਹਾਨੂੰ ਆਵਾਮ ਨੂੰ 1 ਜਨਵਰੀ 1 ਤੱਕ ਥੋੜੀ ਰਿਲੀਫ ਦਿੱਤੀ ਜਾਏ, ਰਿਲੀਫ ਐਸ ਦੀ ਕਿ ਆਗਾਹੀ ਮੁਹਿੰਮ ਚਲਾਈ ਜਾਏ, ਜੁਰਮਾਨੇ ਕਰੀ ਜਾਓ ਬੇਝਿਜਕ ਹੋ ਕੇ, ਲੇਕਿਨ ਅਰੈਸਟ ਨਾ ਕਰੋ, ਕਿਉਂਕਿ ਸਿਰਫ ਅਰੈਸਟ ਨਹੀਂ ਹੁੰਦਾ, ਉਹਨਾਂ ਦੇ ਇੱਕ ਤਾਂ ਬਹੁਤ ਵੱਡਾ ਖਰਚਾ ਹੈ, ਇੱਕ ਲੈਂਥੀ ਪ੍ਰੋਸੈਸ ਹੈ ਅਦਾਲਤੀ। ਪਹਿਲੀ ਅਦਾਲਤਾਂ ਦੇ ਹਰ ਜੱਜ ਕੋਲ 80 ਤੋਂ 150 ਕੇਸ ਹੁੰਦੇ ਨੇ ਪਰ ਡੇ, ਤੇ ਤੁਸੀਂ ਉਹਨਾਂ 'ਤੇ ਹੁਣ ਹਜ਼ਾਰਾਂ ਹੋਰ ਪਾ ਰਹੇ ਹੋ, ਤੇ ਉਹ ਸਿਸਟਮ ਤਾਂ ਪਹਿਲੀ ਖਤਮ ਹੈ, ਹੋਰ ਹੀ ਕਲੈਪਸ ਹੋ ਜਾਣਾ ਹੈ। ਤੇ ਜੇ ਕੋਈ ਪਾਕਿਸਤਾਨ 'ਚ ਕੋਈ ਫਿਲਹਾਲ ਕੰਮ ਕਰ ਰਿਹਾ, ਜਿਹੜਾ ਮੈਨੂੰ ਮਹਿਸੂਸ ਹੁੰਦਾ ਜੇ ਵੇਖਦਾ, ਤਾਂ ਉਹ ਵਿਚਾਰੇ ਜੱਜ ਹੀ ਕਰ ਰਹੇ ਜੇ। ਬਾਕੀ ਸੁਭਾਨ ਅੱਲਾਹ ਜੇ ਹਰ ਪਾਸੇ ਜਿਹੜਾ ਹੈ ਨਾ, ਉਹ ਤਨਖਾਹ ਲੈਂਦੇ ਨੇ ਕੰਮ ਨਾ ਕਰਨੇ ਦੀ। ਤੇ ਉਹਨਾਂ ਨੇ ਮੈਨੂੰ ਲਾਸਟ ਟਾਈਮ ਇੱਕ ਕਰਪਸ਼ਨ ਦੇ ਪ੍ਰੋਗਰਾਮ ਵੀ ਦਿੰਦੇ ਨੇ ਕਿ ਯਾਰ ਅਸੀਂ ਰਿਸ਼ਵਤ ਨਹੀਂ ਲੈਂਦੇ, ਅਸੀਂ ਚਾਹ ਪਾਣੀ ਲੈਂਦੇ ਹਾਂ। ਤੇ ਜਿਹੜਾ ਚਾਹ ਪਾਣੀ ਲੈਂਦੇ ਨੇ ਤਨਖਾਹ ਤੋਂ ਇਲਾਵਾ, ਉਹਦੇ ਨਾਲ ਤੁਹਾਡਾ ਕੰਮ ਹੁੰਦਾ ਹੈ, ਠੀਕ ਹੈ ਨਾ। ਤੇ ਉਹ ਸਿਰਫ ਜੱਜਾਂ ਨੂੰ ਛੱਡ ਕੇ, ਕਿਉਂਕਿ ਮੈਂ ਜਾਂਦਾ ਰਹਿੰਦਾ, ਵੇਖਦਾ ਰਹਿੰਦਾ, ਐਕਸਪੀਰੀਅੰਸ ਹੈ, ਬਾਕੀ ਸਭ ਜਗ੍ਹਾ ਤੇ ਚਾਹ ਪਾਣੀ ਚੱਲ ਰਿਹਾ ਜੇ ਜੀ। ਇਹਦਾ ਸਾਡਾ ਟਾਪਿਕ ਸੀ, ਕੁਝ ਰਹਿ ਗਿਆ ਉਹ ਇਨਸ਼ਾਅੱਲਾ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ, ਤੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਅਗਰ ਮਜ਼ਾ ਆਏ ਤਾਂ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ, ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਅੱਲਾ ਹਾਫਿਜ਼।